ਤੇ ਜਿਹੜੇ ਬਾਹਰ ਰਹਿੰਦੇ ਨੇ ਜਦੋਂ ਵੀ ਆਣਾ ਹੈ ਸੋਚ ਸਮਝ ਕੇ ਕੰਮ ਕਰਨਾ, ਮੇਰੇ ਹਾਰ ਨਹੀਂ ਕਰਨਾ ਕਿ ਜਿੰਨਾ ਪੈਸਾ ਹੈ ਇਹ ਮੁਕਾ ਕੇ ਤੇ ਖਾਲੀ ਹੋ ਕੇ ਬਹਿ ਜਾਣਾ। ਅੱਛਾ ਭਾਈ ਜਾਨ ਮੈਂ ਦੁਕਾਨਾਂ ਪਾਈਆਂ ਸੀ, ਹਾਂ ਵੇਖੋ ਦੁਕਾਨਾਂ, ਅੱਛਾ ਖਾਦ ਹਰ ਸ਼ਹਿਰ ਰੱਖੀ ਸੀ, ਪਰ ਇਹ ਲੋਕ ਇੱਥੇ ਲੁੱਟਣ ਦੇ ਵਪਾਰ ਮਾਰਕੀਟ ਮੇਰੀ ਹੈ ਸਾਰੀ। ਅੱਛਾ ਇਹ ਤੁਹਾਡੀ ਮਾਰਕੀਟ ਹੈ ਸਾਰੀ ਜੀ, ਸਾਰਾ ਮਾਰਕੀਟ ਮੇਰੀ ਹੈ। ਹਾਂ ਟੋਟਲ ਖਾਦ ਤੇਲ ਹਰ ਸ਼ੈ ਜਿਹੜੀ ਹੈ ਮੈਂ ਰੱਖੀ ਸੀ। ਅੱਛਾ ਵੰਡਾ ਹਰ ਸ਼ੈ, ਪਰ ਤੂੜੀ ਦਾ ਕੰਮ ਹਰ ਸ਼ੈ ਰੱਖੀ ਸੀ ਠੀਕ ਹੈ। ਮੈਂ, ਤੂੜੀ ਗੱਠਾਂ ਵਾਲੀ ਹਰ ਸ਼ੈ। ਪਰ ਸਾਰਾ ਕੁਝ ਕਰ ਕਰਾ ਕੇ ਫਿਰ ਇੱਧਰ ਆ ਗਏ, ਫਿਰ ਇਸ ਪਾਸੇ ਡੰਗਰਾਂ ਵਾਲੇ ਪਾਸੇ ਆਇਆ ਵਾਂ, ਕਿਉਂਕਿ ਲੋਕ ਲੈ ਜਾਂਦੇ ਨੇ ਪੈਸੇ ਨਹੀਂ ਦਿੰਦੇ। ਜਿਹੜਾ ਵੀ ਭਾਈਆਂ ਨੇ ਕੰਮ ਕਰਨਾ ਸੋਚ ਸਮਝ ਕੇ ਕਰਨਾ, ਸਭ ਮੇਰੇ ਹਾਰ ਨਹੀਂ ਕਰਨਾ ਕਿ ਹਰ ਬੰਦੇ ਤੇ ਤਰਸ ਨਹੀਂ ਖਾਣਾ। ਬੜੇ ਜ਼ਾਲਮ ਲੋਕ ਨੇ ਇੱਥੇ। ਅੱਛਾ ਜੀ, ਜਿਸਲੇ ਜੇਬ ਖਾਲੀ ਹੋ ਜਾਏ ਨਾ ਹਾਂ ਫਿਰ ਬੰਦਾ ਬੇਵਸ ਹੋ ਜਾਂਦਾ, ਫਿਰ ਕੋਈ ਵੀ ਨਹੀਂ ਬਣਦਾ। ਫਿਰ ਕੋਈ ਵੀ ਨਹੀਂ ਬਣਦਾ। ਫਿਰ ਜਿਹਦੇ ਕੋਲ ਲੈਣੇ ਨੇ ਜ਼ਰੂਰਤ ਅੱਜ ਉਹ 10 ਦਿਨ ਦਾ ਟਾਈਮ ਦੇ ਦੇਗਾ, ਕੀ ਕਰੋਗੇ? ਪਿੱਛੂ ਮਾਲ ਲੈ ਜਿਹੜਾ ਪੈਸਿਆਂ ਨਾਲ ਆਣਾ, ਉਹਨਾਂ ਦੁਆਰ ਨਹੀਂ ਦੇਣਾ। ਤੇ ਡੰਗਰ ਲੈਣ ਲੱਗਿਆ ਵੀ ਤਬਾਰ ਨਹੀਂ ਕਰਨਾ, ਡੰਗਰ ਲੈਣ ਲੱਗਿਆ ਵੀ ਵੇਖ ਕੇ ਡੰਗਰ ਲੈਣਾ, ਕੋਈ ਦਿਰਤ ਵਾਲਾ ਬੰਦਾ ਨਾਲ ਹਾਲ ਆ ਬਿਲਕੁਲ। ਤੇ ਫਿਰ ਡੰਗਰ ਲੈਣਾ। ਹਾਂ ਫਿਰ ਡੰਗਰ ਤੇ ਜਿਹੜਾ ਆਂਦੇ ਨੇ ਚਵਾ ਚਵੂ ਕੇ ਚੁਵਾਈ ਹੈ, ਥਣਾ ਦੀ ਪਾਸਿੰਗ ਹੁੰਦੀ ਹੈ, ਕੋਈ ਫੁਹਾਰਾ ਨਾ ਮਾਰਦਾ ਹੋਵੇ, ਕੋਈ ਥਣ ਨਾ ਬੰਦ ਹੋਵੇ। अस्सलाम वालेकुम। ਵਾਲੇਕਮ ਸਲਾਮ ਸਰ। ਭਾਈਜਾਨ ਕੀ ਹਾਲ ਹੈ ਤੁਹਾਡਾ? ਖੈਰ ਅਲਹਮਦੁਲਿਲਾ, ਆਪ ਸੁਣਾਓ। ਆਪਣਾ ਨਾਮ ਦੱਸਿਓ ਮੇਰਾ ਨਾਮ ਹੈ ਸ਼ੌਕਤ, ਤੇ ਜਗ੍ਹਾ ਪਿੰਡ ਕਿਹੜੀ ਹੈ? ਕੋਠੇ ਹਾਲ ਜੱਟਾਂ। ਠੀਕ ਹੋ ਗਿਆ। ਚਾਚੂ ਸ਼ੌਕਤ ਜਰਾ ਦੱਸੋ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦਿਆਂ? ਮੈਨੂੰ ਸਾਰ ਹੋ ਗਏ ਜੋ ਕੋਈ 4 ਸਾਲ ਡੰਗਰ ਰੱਖੇ ਆ। ਮਾਸ਼ਾਅੱਲਾ 4 ਸਾਲ ਤੋਂ ਪਹਿਲੇ ਕੀ ਕਰਦੇ? ਪਹਿਲੇ ਮੈਂ ਬਾਹਰ ਰਿਹਾ ਵਾਂ। ਕਿਹੜੀ ਜਗ੍ਹਾ ਤੇ? ਮੈਂ ਬਹਿਰੀਨ ਰਿਹਾ ਵਾਂ। ਅੱਛਾ ਬਹਿਰੀਨ, ਉਸ ਤੋਂ ਬਾਅਦ ਮੈਂ ਰਿਹਾ ਵਾਂ ਫਰਾਂਸ। ਅੱਛਾ ਫਰਾਂਸ ਤੋਂ ਆ ਕੇ ਮੈਂ ਮਾਲਦਾਰੀ ਕੀਤੀ ਹੈ, ਦੁਕਾਨਦਾਰੀ ਕੀਤੀ ਹੈ। ਤੇ ਦੁਕਾਨਦਾਰੀ ਜਿਹੜੀ ਹੈ ਨਾ ਇੱਥੇ ਦੀ ਨਿਸਬਤ ਜਿਹੜੀ ਹੈ ਨਾ, ਲੋਕੀ ਜਿਹੜੇ ਨੇ ਦੁਆਰ ਖੜਦੇ ਨੇ, ਦਿੰਦੇ ਨਹੀਂ ਹੈ। ਫਿਰ ਮੈਂ ਮਾਲਦਾਰੀ ਪਾਈ ਹੈ, ਪਰ ਚੱਲ ਅਲਹਮਦੁਲਿਲਾ ਮੈਂ ਠੀਕ ਆ। ਇਹ ਨਹੀਂ ਤੁਸੀਂ ਹਿਸਾਬ ਨਾਲ ਜਿਹੜਾ ਨਾ ਉਹ ਦੁਨੀਆ ਫਿਰ ਛੜੀ ਹੈ, ਔਰ ਬਹਿਰੀਨ ਵੀ ਰਹੇ, ਫਰਾਂਸ ਵੀ ਰਹੇ ਜੀ। ਤੇ ਇਹੋ ਜਿਹੇ ਕੰਮ ਨੂੰ ਜਿਹੜਾ ਤੁਸੀਂ ਹੁਣ ਇਸ ਟਾਈਮ ਕਰਦੇ ਹੋ ਪਏ, ਇਹ ਬਿਹਤਰ ਪਾਇਆ ਜਾਂ ਉਹਨੂੰ ਪਾਇਆ? ਭਾਈਜਾਨ ਬਿਹਤਰ ਤੇ ਉਹ ਹੀ ਹੈ ਅੱਛਾ ਕਿ 4 ਪੈਸੇ ਚੰਗੇ ਭਜਦੇ ਨੇ, ਅੱਛਾ। ਪਰ ਇੱਥੇ ਰਹਿ ਕੇ ਫਿਰ ਜਿਹੜਾ ਇਹ ਕੰਮ ਹੈ ਨਾ ਇਹ ਬਿਹਤਰ ਹੈ। ਤੇ ਉਹ ਕਿਉਂ ਛੱਡ ਕੇ ਆ ਗਏ ਤੁਸੀਂ? ਬਸ ਹੋ ਗਿਆ ਸੀ ਕੋਈ 10-11 ਸਾਲ ਮੈਨੂੰ ਬਾਹਰ ਹੀ। ਠੀਕ ਹੈ। ਅਖੀਰ ਮੈਂ ਸੋਚਿਆ ਕਿ ਹੁਣ ਛੱਡ ਕੇ ਟੁਰ ਚਲੀਏ। ਤੁਹਾਡੇ ਨਾਲ ਦੇ ਭਰਾ ਜਿਹੜੇ ਬਾਹਰ ਬੈਠੇ ਨੇ, ਜਿਨ੍ਹਾਂ ਨੇ ਅਖੀਰ ਪਾਕਿਸਤਾਨ ਹੀ ਆਣਾ ਹੁੰਦਾ, ਉਹ ਸਾਨੂੰ ਪੁੱਛਦੇ ਨੇ ਕਿ ਯਾਰ ਅਸੀਂ 4 ਪੈਸੇ ਕਮਾ ਲਏ ਨੇ, ਇੱਥੇ ਆ ਕੇ ਹੁਣ ਅਸੀਂ ਕਾਰੋਬਾਰ ਕਰਨਾ ਹੈ, ਤੇ ਕਿਹੜਾ ਕਾਰੋਬਾਰ ਕਰੀਏ? ਕਾਰੋਬਾਰ ਹਰ ਬੰਦੇ ਦੀ ਆਪਣੀ ਸੋਚ ਹੈ। ਜਿਹੜਾ ਵੀ ਕਾਰੋਬਾਰ ਉਹਨੇ ਕਰਨਾ ਹੈ ਆਪਣੇ ਜ਼ਿਹਨ ਨਾਲ ਕਰਨਾ ਹੈ, ਬਾਕੀ ਜਿਹੜਾ ਬਿਹਤਰ ਉਹਨੂੰ ਲੱਗਦਾ ਉਹ ਆ ਕੇ ਕਰ ਲੇ। ਤੁਸੀਂ ਇਸ ਕੰਮ 'ਚ ਕਿਉਂ ਆਏ? ਮੈਂ ਇਸ ਕੰਮ 'ਚ ਇਸ ਵਾਸਤੇ ਆਇਆ ਹਾਂ ਕਿ ਇਸ ਤੋਂ ਬਾਅਦ ਮੈਂ ਜਿਹੜਾ ਨਾ ਹੋਰ ਕਿਹੜਾ ਕੰਮ ਕਰ ਸਕਣਾ ਹਾਂ। ਦੁਕਾਨਦਾਰੀ ਮੇਰੀ ਹੈ ਹੀ, ਪਰ ਉਹ ਇੱਥੇ ਲੋਕਾਂ ਨੂੰ ਦੁਹਾਰ ਦੇ ਕੇ ਬਾਅਦ 'ਚ ਪੈਸੇ ਨਹੀਂ ਲੱਭਦੇ, ਪੈਸੇ ਖਤਮ ਹੋ ਜਾਂਦੇ ਨੇ। ਇਸ ਡੰਗਰਾਂ ਦੇ ਵਿੱਚ ਇਹ ਹੈ ਕਿ ਰਕਮ ਆਪਣੀ ਅਮਾਊਂਟ ਕੋਲ ਪਈ ਹੈ, ਡੇਲੀ ਦੀ ਆਮਦਨ ਜਿਹੜੀ ਹੈ 5-6 ਹਜ਼ਾਰ ਰੁਪਈਆ ਜਿਹੜੀ ਆਮਦਨ ਹੈ ਉਹ ਹੋ ਜਾਂਦੀ ਹੈ। 5-6 ਹਜ਼ਾਰ ਨੂੰ ਤੁਸੀਂ ਦਿਹਾੜੀ ਦਾ ਕਮਾਉਂਦੇ ਹੋ, ਕਿੰਨੇ ਜਾਨਵਰਾਂ ਤੋਂ ਕਮਾ ਲੈਂਦੇ ਹੋ? ਮੇਰੇ ਕੋਲ ਜਾਨਵਰ ਨੇ ਜਿਹੜੇ ਦੁੱਧ ਵਾਲੇ ਨੇ, ਜਿਹੜੇ 7 ਤੋਂ 8 ਰਹਿੰਦੇ ਨੇ। ਅੱਛਾ, ਉਸ ਕਿੰਨਾ ਦੁੱਧ ਹੋ ਜਾਂਦਾ? ਮੇਰਾ ਦੁੱਧ ਹੋ ਜਾਂਦਾ ਕੋਈ 1.5 ਮਣ, 2 ਮਣ, 2.5 ਮਣ ਤੱਕ। ਅੱਛਾ, ਤੇ 2-2.5 ਮਣ ਤੋਂ ਹੀ 6000, 6 ਤੋਂ ਉੱਤੇ ਨਹੀਂ ਜਾਂਦੇ? ਨਹੀਂ, ਇਹ ਆਮਦਨ ਆਉਂਦੀ ਹੈ। ਇਹ ਆਮਦਨ ਦੀ ਗੱਲ ਕਰਦੇ ਪਏ ਜਾਂ ਬੱਚਤ ਦੀ ਗੱਲ ਕਰਦੇ? ਨਹੀਂ ਆਮਦਨ ਜੋ ਡੇਲੀ ਦੀ ਆਮਦਨ ਹੈ। ਅੱਛਾ, ਹੁਣ ਇੰਨੇ ਪੈਸੇ ਤੁਸੀਂ ਕਮਾ ਕੇ ਇਹਨਾਂ ਦੇ ਕਿੰਨੇ ਲਾ ਹਟਦੇ ਹੋ? ਇਹਨਾਂ ਦੇ ਜਿਹੜਾ ਨਾ ਕਮ ਸੇ ਕਮ ਵੀ 2000-2500 ਖਰਚਾ ਜਿਹੜਾ ਨੂੰ ਵੰਡੇ ਦਾ ਹੁੰਦਾ, ਪੱਠਿਆਂ ਦਾ ਕੱਢ ਕੇ, ਪੱਠੇ ਜਿਹੜੇ ਆਪਣੀਆਂ ਪੈਲੀਆਂ 'ਚ ਹੁੰਦੇ ਨੇ। ਠੀਕ ਹੈ, ਯਾਨੀ ਅਸੀਂ ਇੱਕ ਵਾਰੀ ਫੇਰ ਇਸ ਨਤੀਜੇ ਤੇ ਪਹੁੰਚੇ ਕਿ ਜਾਨਵਰਾਂ ਦਾ ਕੰਮ ਜਦੋਂ ਕਰੀਏ ਉਹਦੇ 'ਚ ਅੱਧੋ ਅੱਧ ਬੱਚਤ ਹੋ ਜਾਂਦੀ ਹੈ। ਹੁਣ ਇਹ ਦੱਸੋ ਕਿ ਕੁਝ ਲੋਕ ਆਂਦੇ ਨੇ ਕਿ ਇਹ ਤਾਂ ਕੰਮ ਬੜਾ ਮੁਸ਼ਕਲ ਹੈ। ਮੁਸ਼ਕਲ ਹੈ। ਕਿਸ ਤਰ੍ਹਾਂ ਮੁਸ਼ਕਲ ਹੈ? ਕਿ ਇਹਦੇ 'ਚ ਬੰਦਾ ਕਿਤੇ ਜਾ ਨਹੀਂ ਸਕਦਾ। ਅੱਛਾ, ਅੱਗੇ ਪਿੱਛੇ ਜਾ ਨਹੀਂ ਸਕਦਾ। ਇਹਨਾਂ ਦਾ 24 ਘੰਟੇ ਇਹਨਾਂ ਦੇ ਉੱਤੇ ਰਹਿਣਾ ਪੈਂਦਾ। ਤੇ ਇਕੱਲੇ ਹੀ ਕੰਮ ਕਰਦੇ ਹੋ ਤੁਸੀਂ? ਨਹੀਂ, ਅਸੀਂ 2 ਭਾਈ ਹਾਂ, ਦੋਏ ਕਰਨੇ ਆ। ਕਦੀ ਫਿਰ ਵੰਡ ਕੇ ਵੀ ਨਹੀਂ ਬੰਦਾ ਅੱਗੇ ਪਿੱਛੇ ਜਾ ਸਕਦਾ? ਵੰਡ ਕੇ ਉਹੀ ਹੈ ਨਾ, ਵੰਡ ਕੱਢਣੀ ਹੈ ਤੇ ਉਹ ਵੀ ਇਸ ਟਾਈਮ ਜਾ ਸਕਦਾ, ਕੋਈ 11 ਤੋਂ 12, 2 ਵਜੇ ਤੱਕ। ਉਸ ਤੋਂ ਬਾਅਦ ਫਿਰ ਜਿਹੜਾ ਨਾ ਧਾਰਾਂ ਦਾ ਟਾਈਮ ਹੋ ਜਾਂਦਾ, ਨਹੀਂ ਜਾ ਸਕਦਾ। ਤੇ ਅਗਰ 2 ਭਾਈ ਨੇ, ਇੱਕ ਚਲਾ ਜਾਏ, ਇੱਕ ਇੱਥੇ ਰਹਿ ਲੇ, ਫਿਰ ਨਹੀਂ ਕੰਮ ਚੱਲਦਾ? ਫਿਰ ਵੀ ਕੰਮ ਚੱਲ ਜਾਂਦਾ, ਨਾਲ ਕੋਈ ਹੋਰ ਜੀ ਲਾ ਕੇ ਤੇ ਧਾਰਾਂ ਧੂਰਾਂ ਨਿਕਲ ਜਾਂਦੀਆਂ ਨੇ। ਟੋਟਲ ਜਾਨਵਰ ਤੁਹਾਡੇ ਕੋਲ ਕਿੰਨੇ ਨੇ? ਟੋਟਲ ਮੇਰੇ ਕੋਲ 18 ਜਾਨਵਰ ਨੇ, ਛੋਟੇ ਮੋਟੇ। ਕਿੰਨਿਆਂ ਤੋਂ ਸ਼ੁਰੂ ਕੀਤਾ ਜੇ? ਕੀਤਾ ਤੇ 1 ਜਾਨਵਰ ਤੋਂ ਹੀ। ਮਾਸ਼ਾਅੱਲਾ। ਇਹ ਫਿਰ ਹਵੇਲੀ ਬਣਾਈ ਹੈ ਸਾਰੀ। ਅੱਛਾ, ਉਸ ਤੋਂ ਬਾਅਦ ਕਰਦਿਆਂ ਇਹ ਹਵੇਲੀ ਬਾਅਦ ਚ ਬਣਾਈ ਤੁਸੀਂ? ਜੀ, ਇਹ ਸਾਰਾ ਕੁਝ ਬਾਅਦ ਚ ਬਣਿਆ। ਠੀਕ ਹੈ। ਤੇ ਇਹ ਹਵੇਲੀ ਤੇ ਤੁਸੀਂ ਕਿੰਨੀ ਇਨਵੈਸਟਮੈਂਟ ਕਰ ਛੜੀ? ਯਾਰ ਤੇ ਕਮ ਸੇ ਕਮ ਵੀ ਕੋਈ 10 ਤੋਂ 12 ਲੱਖ ਰੁਪਈਆ ਲੱਗ ਗਿਆ ਹੁਣ। 10 ਤੋਂ 12 ਲੱਖ? ਜੀ, 10 ਤੋਂ 12 ਲੱਖ ਤੁਸੀਂ ਇਹਨੂੰ ਜਿਹੜਾ ਪੱਕਾ ਕੀਤਾ। ਜਗ੍ਹਾ ਆਪਣੀ ਸੀ ਪਹਿਲੇ? ਜੀ, ਇਹ ਜਗ੍ਹਾ ਆਪਣੀ ਹੈ। ਠੀਕ ਹੋ ਗਿਆ। ਔਰ ਮੱਝਾਂ ਕਿਹੜੇ ਨਸਲ ਦੀਆਂ ਲਈਆਂ? ਮੱਝਾਂ ਨੇ ਜਿਹੜੀਆਂ ਮੈਨੂੰ ਤਾਂ ਪਤਾ ਹੀ ਕੋਈ ਨਹੀਂ, ਜਿਹੜੀ ਨਸਲ ਆਈ ਮੈਂ ਲੈਂਦਾ ਗਿਆ ਵਾ।
ਅੱਛਾ ਬਾਅਦ 'ਚ ਜਿਹੜੀ ਕੋਈ ਮੱਝ ਚੰਗੀ ਲੱਗੀ ਉਹ ਰੱਖੀ ਹੈ, ਜਿਹੜੀ ਭੈੜੀ ਨਿਕਲੀ ਉਹਨੂੰ ਗਾਂ ਧੱਕਾ ਕਰਾ। ਯਾਨੀ ਤੁਸੀਂ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਹੋ ਕਿ ਕਿਸੇ ਨੇ ਕਿਹਾ ਬੜੀ ਚੰਗੀ ਹੈ ਤੇ ਲੈ ਲੈ, ਚੰਗੀ ਹੈ ਲੈ ਲਵੋ, ਬਾਅਦ 'ਚ ਫਿਰ ਉਹਨੂੰ ਕੱਢਣਾ ਪਿਆ। ਹਾਂ ਬਾਅਦ 'ਚ ਉਹਨੂੰ। ਚਲੋ ਹੁਣ ਤੁਸੀਂ ਚੁੰਕੇ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਹੋ, ਤੁਸੀਂ ਨੁਕਸਾਨ ਉਠਾ ਚੁੱਕੇ ਹੋ, ਤੇ ਮਸ਼ਵਰਾ ਇੱਕ ਸਦਕਾ ਜਾਰੀਆ ਕੀ ਕਹਿਣਾ ਚਾਹੁੰਦੇ ਹੋ ਕਿ ਮੱਝ ਲੈਣ ਲੱਗਿਆ ਕੀ ਵੇਖੀਏ? ਮੱਝ ਲੈਣ ਲੱਗਿਆ ਮੱਝ ਦਾ ਨਾ ਵੇਖਣਾ ਚਾਹੀਦਾ ਕਿ ਨਸਲ ਚੰਗੀ ਹੋਵੇ। ਅੱਛਾ। ਉਸ ਤੋਂ ਬਾਅਦ ਜਿਹੜਾ ਮੱਝ ਦਾ ਬਹਾਨਾ ਸ਼ਾਨਾ ਠੀਕ ਹੋਵੇ, ਨਸਲੀ ਮੱਝ ਹੋਵੇ ਜਿਹੜੀ ਕਿ ਦੁੱਧ 10-12 ਸਿਰ 15 ਸਿਰ ਗੇੜੇ, ਤੇ ਫਿਰ ਉਹਦੇ 'ਚ ਬੱਚੇ ਤੇ ਕਿਸ ਤਰ੍ਹਾਂ ਪਤਾ ਕਰੀਏ ਕਿ 15 ਕਿਲੋ ਦੇ ਹਟਦੀ ਹੈ? ਉਹ ਜਿਹੜੇ ਵਪਾਰੀ ਨੇ ਉਹਨਾਂ ਨੂੰ ਹਰ ਨਸਲ ਦਾ ਪਤਾ ਹੈ। ਇੱਕ ਦੋ ਡੰਗਰ ਮੇਰੇ ਕੋਲ ਐਸਾ ਆਇਆ ਕਿ ਜਿਹਦੇ ਤੇ ਹਰ ਬੰਦਾ ਜਿਹੜਾ ਪੈਂਦਾ ਕਿ ਇਹ ਡੰਗਰ ਦੇ ਦੇ, ਇਹ ਡੰਗਰ ਦੇ ਦੇ। ਠੀਕ ਹੈ। ਹਾਂ। ਤੇ ਤੁਸੀਂ ਹੁਣ ਨਸਲ ਨੀਲੀ ਨਸਲ ਨੂੰ ਪ੍ਰੈਫਰ ਦਿੰਦੇ ਹੋ? ਨੀਲੀ ਨਸਲ ਅਜੇ ਤੱਕ ਮੇਰਾ ਖਿਆਲ ਮੇਰੇ ਕੋਲ ਇੱਕ ਵੀ ਡੰਗਰ ਨਹੀਂ ਆਇਆ। ਤੇ ਇਹ ਫਿਰ ਕਿਹੜੀ ਨਸਲ ਦੇ ਨੇ? ਇਹ ਨਸਲ ਐਵੇਂ ਰਲਦੀ ਮਿਲਦੀ ਹੈ, ਨੀਲੀ ਕ੍ਰਾਸ ਕਹਿ ਲਓ, ਰਾਵੀ, ਨੀਲੀ ਰਾਵੀ। ਠੀਕ ਹੈ, ਠੀਕ ਹੋ ਗਿਆ। ਗਾਵਾਂ ਨੇ ਇੱਕ ਦੋ ਗਾਂ ਪਾਈ ਹੈ, ਲੈਤਨਾ ਗਾਵਾਂ ਨੇ, ਅੱਲਾ ਖੈਰ ਕਰੇ, ਸੂਣ ਵਾਲੀ ਹੈ, ਪਰ ਇਹ ਵਹਿੜੀ ਉਹ ਵੀ ਸੂਣ ਵਾਲੀ ਹੈ, ਉਹ ਬੱਚੀ ਭਾਲੀ ਹੀ ਵਹਿੜੀ ਹੈ ਜਿਹੜੀ। ਤੇ ਕਿਉਂ ਤੁਸੀਂ ਗਾਵਾਂ ਕਿਉਂ ਰੱਖ ਲਈਆਂ ਮੱਝਾਂ 'ਚ? ਮੱਝਾਂ 'ਚ ਗਾਵਾਂ ਦਾ ਦੁੱਧ ਜ਼ਿਆਦਾ ਹੁੰਦਾ ਹੈ। ਅੱਛਾ। ਮੱਝਾਂ ਦੀ ਨਿਸਬਤ ਜਿਹੜਾ ਹੈ ਨਾ, ਇਹ ਕਮ ਸੇ ਕਮ ਦਿਹਾੜੀ ਦਾ ਕੋਈ 15 ਤੋਂ 18 ਕਿਲੋ ਦੁੱਧ, 25 ਕਿਲੋ ਦੁੱਧ ਘਰ ਹਟ ਯਾਨੀ ਐਵਰੇਜ ਪੂਰੀ ਕਰਨ ਲਈ? ਜੀ। ਤੇ ਵਿਕ ਜਾਂਦਾ ਤਾਂ ਵੀ? ਵਿਕ ਜਾਂਦਾ ਮਿਕਸ ਕਰਕੇ ਜੀ। ਕੀ ਰੇਟ ਜੇ? ਰੇਟ ਕੋਈ 90-100 ਇੱਥੇ ਰੇਟ ਜਾਂਦਾ। ਇਹ ਤੇ ਵਪਾਰੀ ਦਾ ਨਾ? ਜੀ। ਆਮ ਘਰਾਂ ਦਾ? ਘਰਾਂ ਦਾ ਜਿਹੜਾ 110-20। ਠੀਕ ਹੋ ਗਿਆ ਜੀ। ਤੇ ਅੱਛਾ, ਤੁਸੀਂ ਅੱਜ ਕੱਲ ਦੇ ਮਹਿੰਗਾਈ ਦੇ ਦੌਰ ਵਿੱਚ ਕਹਿੰਦੇ ਨੇ ਜੀ ਵੰਡਾ ਬੜਾ ਮਹਿੰਗਾ ਹੋ ਗਿਆ ਹੈ, ਹੋਰ ਵੀ ਮਸਾਇਲ ਬੜੇ ਵੱਧ ਗਏ ਨੇ, ਫਿਰ ਵੀ ਇਸ ਕੰਮ 'ਚ ਬਚਤ ਹੈ? ਜ਼ਾਹਰ ਹੈ ਜੀ, ਜਿਵੇਂ ਜਿਵੇਂ ਉਹ ਮਹਿੰਗਾ ਹੋ ਜਾਣਾ, ਪਹਿਲੇ 90 ਰੁਪਏ ਦੁੱਧ ਸੀ, ਫਿਰ 100 ਰੁਪਏ ਹੋਇਆ, 110 ਹੋਇਆ, ਹੁਣ ਘਰਾਂ ਵਾਲੇ 120 ਲੈਂਦੇ ਨੇ ਦੁੱਧ। ਠੀਕ ਹੈ। ਜ਼ਾਹਰ ਹੈ ਕਿ ਉਵੇਂ ਕੋਈ 10-20 ਰੁਪਏ ਜ਼ਿਆਦਾ ਪੈ ਜਾਂਦੇ ਨੇ ਵਿੱਚ। ਤੇ ਸੱਚੀ ਤੇ ਖਰੀ ਗੱਲ ਕਰਨੀ, ਜਿਹੜੇ ਬੰਦੇ ਰੋਂਦੇ ਨੇ ਜੀ ਮਹਿੰਗਾਈ ਹੋ ਗਈ ਤਾਂ ਅਸੀਂ ਮਰ ਗਏ, ਉਹ ਫਿਰ ਗਲਤ ਗੱਲ ਹੈ ਭਾਈ ਜਾਨ। ਇਸ ਦੌਰ ਦੇ ਵਿੱਚ ਗਰੀਬ ਜਿਹੜਾ ਬੰਦਾ ਹੈ ਨਾ ਜੀ, ਗਰੀਬ ਉਹ ਬਿਲਕੁਲ ਹੀ ਮਰਦਾ ਪਿਆ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦਾ ਘਰ ਦਾ ਜਿਹੜਾ ਖਰਚਾ ਹੈ ਨਾ ਉਹ ਵੀ ਪੂਰਾ ਨਹੀਂ ਹੋ ਸਕਦਾ। ਜਿਹੜਾ ਸ਼ਹਿਰ ਜਾ ਕੇ ਕੋਈ 700-800 ਦੀ ਦਿਹਾੜੀ ਲਾਉਂਦਾ, ਹਰ ਚੀਜ਼ ਨੂੰ ਵੇਖੋ, ਚੀਨੀ ਨੂੰ ਹੈ ਉਹ 110-20 ਰੁਪਏ ਕਿਲੋ ਹੈ, ਘਿਓ ਹੈ ਜਿਹੜਾ 200-150 ਰੁਪਏ ਕਿਲੋ ਹੈ, ਉਹ 330 ਤੇ ਟੁਰ ਗਿਆ। ਹਰ ਸ਼ੈ ਜਿਹੜੀ ਹੈ ਮਹਿੰਗਾਈ ਡੇਲੀ ਹੋ ਰਹੀ ਹੈ, ਪੈਟਰੋਲ ਵਧਣ ਦੀ ਢੇਰ ਹੁੰਦੀ ਹੈ, ਸਟੋਰ ਵਾਲਿਆਂ ਨੇ ਜਿਹੜਾ ਨਾ ਉਹਦੇ ਬਦਲੇ ਹਰ ਸ਼ੈ ਜਿਹੜੀ ਹੈ 10 ਰੁਪਏ ਮਹਿੰਗੀ ਕਰ। ਤੇ ਫਿਰ ਦੁੱਧ ਕਿਉਂ ਨਹੀਂ ਤੁਸੀਂ ਵਧਾਉਂਦੇ? ਦੁੱਧ ਦਾ ਰੇਟ ਜਿਹੜਾ ਇੱਕ ਹੀ ਚੱਲਦਾ। ਉਹਦੀ ਵਜ੍ਹਾ ਹੈ ਕਿ ਪੈਲੀਆਂ ਆਪਣੀਆਂ ਨੇ, ਅਸੀਂ ਪਿੰਡ ਆਧਾਰ 'ਚ ਰਹਿੰਦੇ ਆ, ਇਸ ਵਾਸਤੇ ਜਿਹੜਾ ਨਾ ਕਿ ਰੇਟ ਜਿਹੜਾ ਨਾ ਇਹਦਾ ਉਹ ਹੀ ਰਹਿੰਦਾ। ਸ਼ਹਿਰ ਜਾ ਕੇ ਵੈਸੇ ਜਿਹੜੀ ਤੁਸੀਂ ਮਹਿੰਗਾਈ ਦੀਆਂ ਗੱਲਾਂ ਦੱਸੀਆਂ ਨੇ, ਸਾਰੇ ਲੋਕ ਹੀ ਪਰੇਸ਼ਾਨ ਨੇ ਜੀ। ਅਗਰ ਮਹਿੰਗਾਈ ਨੂੰ ਨਜ਼ਰ ਦੇ ਵਿੱਚ ਰੱਖੀਏ ਜੀ ਔਰ ਸਾਰੇ ਮਾਮਲਾਤ ਵੇਖੀਏ ਤੇ ਇਸ ਟਾਈਮ ਐਵਰੇਜ ਕਿੰਨੇ ਰੁਪਏ ਕਿਲੋ ਦੁੱਧ ਦੁਬਾਰਾ ਖਾਂਦਾ? ਫਿਰ ਕਿਸਾਨ ਖੁਸ਼ਹਾਲ ਹੈ। ਕਮ ਸੇ ਕਮ ਜਿਹੜਾ ਦੁੱਧ ਜਿਹੜਾ ਹੈ ਨਾ ਡੇਰੇ ਤੋਂ ਜਿਹੜਾ ਹੈ ਨਾ 120 ਰੁਪਏ ਜਾਵੇ ਤੇ ਫਿਰ ਉਹਦੇ ਸਾਰੇ ਖਰਚੇ ਨੇ ਜਿਹੜੇ ਕੱਢ ਕੇ ਤੇ ਉਹਨੂੰ ਕੋਈ 4 ਪੈਸੇ ਬਚੇ। ਯਾਨੀ ਤੁਸੀਂ ਸਮਝਦੇ ਹੋ ਕਿ ਕਿਲੋ ਪਿੱਛੇ ਤੁਹਾਨੂੰ 20-25-30 ਰੁਪਏ ਇਸ ਟਾਈਮ ਜਿਹੜਾ ਦੁੱਧ ਵੇ ਉਹ ਘੱਟ ਤੁਹਾਡਾ ਵਿਕਦਾ ਪਿਆ? ਜੀ। ਠੀਕ ਹੋ ਗਿਆ। ਯਾਨੀ ਜਿਹੜੇ ਜੋ ਜਿਸ ਹਿਸਾਬ ਨਾਲ ਮਹਿੰਗਾਈ ਹੋ ਰਹੀ ਹੈ ਹਰ ਸ਼ਹਿਰ ਦੁੱਧ ਜਿਹੜੇ ਨੇ ਉਹ 90 ਦਾ ਵੀ ਲੈ ਲੈਂਦੇ ਨੇ, 85 ਦਾ ਵੀ ਲੈ ਲੈਂਦੇ ਨੇ, 100 ਦਾ ਵੀ ਲੈ ਲੈਂਦੇ ਨੇ। ਦੁੱਧ ਦਾ ਹੀ ਰੇਟ ਹੈ, 100 ਦੇ ਥੱਲੇ ਹੈ। ਅੱਛਾ, ਹੁਣ ਇਹ ਦੱਸੋ ਕਿ ਤੁਸੀਂ ਆਪ ਹੀ ਤੇ ਕਿਹਾ ਕਿ ਮੈਂ ਬਾਹਰ ਰਿਹਾ ਵਾਂ, ਤੁਸੀਂ ਕੰਮ ਨੂੰ ਨਹੀਂ ਹੋਇਆ ਨਾ ਜਾਣਦੇ ਜੀ, ਤੇ ਨਾਲ ਜਿਹੜੇ ਭਾਈ ਲਗਾਏ ਨੇ ਉਹ ਜਾਣਦੇ ਸਨ ਪਹਿਲੇ? ਅਸੀਂ ਜ਼ਿਮੀਂਦਾਰ ਆ, ਪਹਿਲੀ ਢੇਰੀ ਆਪਣੀ। ਯਾਨੀ ਹੁਣ ਵਿੱਚ ਤੇ ਉਹ ਚੀਜ਼ ਮੌਜੂਦ ਹੈ? ਹਾਂ ਬਿਲਕੁਲ। ਤੇ ਤੁਸੀਂ ਫਿਰ ਨੌਕਰ ਕਿੰਨੇ ਨਾ ਰੱਖੇ? ਨੌਕਰ ਖਲੋਂਦੇ ਹੀ ਨਹੀਂ। ਨੌਕਰ ਲਾਏਗਾ 10 ਦਿਨ ਨੌਕਰ ਨਸ ਜਾਏਗਾ। ਚਲੋ ਇਹ ਵੀ ਜ਼ਰਾ ਵਜ੍ਹਾ ਦੱਸੋ ਕਿਉਂ ਨਹੀਂ ਖਲੋਂਦੇ? ਵਜ੍ਹਾ ਉਹਨਾਂ ਦਾ ਪੇਸ਼ਾ ਹੀ ਹੈ ਕਿ ਮਹੀਨਾ ਲਾਇਆ, 10 ਦਿਨ ਲਾਏ, ਜਿਸਲੇ ਕੰਮ ਔਖਾ ਆਇਆ ਉਦੋਂ ਹੀ ਕਿਹਾ ਵੀ ਅਸੀਂ ਜਾ ਰਹੇ ਹਾਂ, ਸਾਡਾ ਪਿੱਛੇ ਫਲਾਣਾ ਮਰ ਗਿਆ ਤੇ ਅਸੀਂ ਜਾਣਾ। ਉਹਦਾ ਫਿਰ ਕੀ ਹੱਲ ਹੈ? ਉਹਦਾ ਹੱਲ ਹੈ ਕਿ ਫਿਰ ਖੁਦ ਕੰਮ ਕਰਨਾ ਪੈਂਦਾ। ਯਾਨੀ ਕਿ ਨੌਕਰਾਂ ਤੇ ਡਿਪੈਂਡ ਹੋ ਕੇ ਕੰਮ ਨਹੀਂ ਕੀਤਾ ਜਾ ਸਕਦਾ? ਨੌਕਰਾਂ ਦੇ ਕਰਕੇ ਤੇ ਫਿਰ ਤੁਸੀਂ ਉਜੜ ਜਾਓਗੇ, ਨੁਕਸਾਨ ਹੋਏਗਾ। ਇਹ ਖੁਦ। ਅੱਛਾ, ਇਹ ਵੀ ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਤੇ ਬਾਹਰ ਰਹਿ ਕੇ ਬੜੀ ਮਾਰ ਖਾਦੀ ਹੈ ਜੀ। ਨੌਕਰਾਂ ਨੂੰ ਅਗਰ ਰਾਜ਼ੀ ਰੱਖੀਏ, ਯਾਨੀ ਉਹਨਾਂ ਦਾ ਕੰਮ ਵੀ ਭਾਰਾ ਨਾ ਪਾਈਏ, ਇੱਕ ਦੋ ਵੱਧ ਬੰਦਾ ਰੱਖ ਲਈਏ ਫਿਰ? ਜੀ, ਇੱਕ ਦੋ ਬੰਦਾ ਵੱਧ ਵੀ ਰੱਖੀਏ, ਜਿਹਨੂੰ ਆਦਤ ਪਈ ਹੈ ਨੇ 2 ਮਹੀਨੇ ਇੱਥੇ ਲਾਣਾ ਤੇ ਫਿਰ ਨਸ ਜਾਣਾ, ਉਹਨੇ ਨਸਣਾ ਹੀ ਨਸਣਾ। ਠੀਕ ਹੋ ਗਿਆ। ਯਾਨੀ ਆਦਤ ਫਿਰ ਮੌਤ, ਯਾਨੀ ਆਦਤ ਪੈ ਗਈ। ਬਿਲਕੁਲ ਹੈ ਕਿ 4 ਦਿਨ ਇੱਥੇ ਰਹਿਣਾ, 4 ਦਿਨ ਉੱਥੇ, ਇੱਕ ਜਗ੍ਹਾ ਤੇ ਉਹਨਾਂ ਟਿਕ ਕੇ ਕੰਮ ਨਹੀਂ ਕਰਨਾ। ਅੱਛਾ ਬੰਦਾ ਮਿਲ ਜੇ ਤੇ ਫਿਰ ਕੋਈ ਟੈਨਸ਼ਨ ਨਹੀਂ, 6 ਮਹੀਨੇ ਬਾਅਦ ਜਾਏ, ਸਾਲ ਬਾਅਦ ਜਾਏ ਘਰ, ਛੁੱਟੀ ਮਹੀਨੇ ਦੀ ਜਾਏ, ਫਿਰ ਕੋਈ ਟੈਨਸ਼ਨ ਨਹੀਂ ਹੈ। ਸਾਡੇ ਨਾਜ਼ਰੀਨ ਇਸ ਟਾਈਮ ਉਸ ਬੰਦੇ ਨਾਲ ਗੱਲ ਕਰਦੇ ਨੇ ਪਏ ਜਿਹੜੇ ਬਾਹਰ ਵੀ ਦੇ, ਹਰ ਜਗ੍ਹਾ ਫਿਰੀ ਟੁਰੀ ਵੇਖਿਆ, ਆ ਕੇ ਮੁxtਲਿਫ ਕੰਮ ਵੀ ਕੀਤੇ, ਫਿਰ ਜਾਨਵਰਾਂ ਦਾ ਕੰਮ ਕੀਤਾ ਜੀ। ਕੀ ਮਸ਼ਵਰਾ ਦਵੋਗੇ ਕਿ ਯਾਰ ਆਪਣੀ ਇਨਵੈਸਟਮੈਂਟ ਜ਼ਾਇਆ ਨਾ ਕਰਿਓ, ਇੱਥੇ ਆ ਕੇ ਡੇਰਾ ਬਣਾਉਣਾ ਉੱਤੇ ਕਿੰਨੇ ਕੁ ਪੈਸੇ ਲੱਗ ਜਾਣਗੇ, ਜਾਨਵਰ ਲੈਣੇ ਨੇ ਉੱਤੇ ਕਿੰਨੇ ਕੁ ਪੈਸੇ ਲੱਗ ਜਾਣਗੇ, ਜਰਾ ਅੰਦਾਜ਼ਾ ਦੱਸ ਦਿਓ। ਭਾਈ ਜਾਨ, ਡੇਰਾ ਬਣਾਉਣਾ ਇਸ ਟਾਈਮ ਡੇਰੇ ਦੇ ਉੱਤੇ 20 ਤੋਂ 25 ਲੱਖ ਰੁਪਈਆ ਜਿਹੜਾ ਇਹਨੂੰ ਡੇਰੇ ਤੇ ਖਰਚਾ ਆ ਜਾਂਦਾ। ਸਹੀ ਡੇਰਾ ਬਣਾਈਏ? ਸਹੀ ਡੇਰਾ ਜਿਹੜੇ ਨਾਰਮਲ ਬਣਾਈਏ ਤੇ ਫਿਰ 10-12। ਨਾਰਮਲ ਤੇ ਆ ਡੇਰੇ ਸਾਰੇ ਇੱਥੇ ਬਾਹਰ ਜਾ ਕੇ ਦੇਖੋ ਕਿ ਡੰਗਰ ਇਸ ਤਰ੍ਹਾਂ ਬਾਹਰ ਵੱਜੇ ਨੇ, ਕਹਿੰਦੇ ਨਾ ਖੋਬਾ
ਬਾਰਿਸ਼ ਆ ਜੇ ਤੇ ਉਹ ਡੰਗਰ ਨੇ ਜਿਹੜੇ ਖੋਬੇ ਦੇ ਵਿੱਚ ਨੇ ਉਹ ਨਹੀਂ ਮਾਸ਼ਾਅੱਲਾ ਤੁਹਾਡਾ ਸਫਾਈ ਦਾ ਨਿਜ਼ਾਮ ਮੈਂ ਦੇਖ ਰਿਹਾ ਬੜਾ ਬਿਹਤਰੀਨ ਸਾਫ ਸੁਥਰਾ ਹੈ ਔਰ ਇਹ ਜਿਹੜੀ ਚੀਜ਼ ਹੈ ਇਹ ਬਹੁਤ ਘੱਟ ਵੇਖਣ 'ਚ ਨਜ਼ਰ ਆਉਂਦੀ ਹੈ ਜੀ। ਤੇ ਤੁਸੀਂ ਇਸ ਵਾਸਤੇ ਹੀ ਰੱਖਿਆ ਕਿ ਜਿਹੜਾ ਸਾਫ ਬਣਾਇਆ ਜਾਏ ਜਾਨਵਰ ਨੂੰ ਹੋਸ਼ ਰੱਖਿਆ ਜਾਏ। ਅੱਛਾ 10-12 ਹਜ਼ਾਰ ਘੱਟ ਤੋਂ ਘੱਟ ਲੱਖ ਸੌਰੀ ਔਰ 5 ਲੱਖ ਜ਼ਿਆਦਾ ਤੋਂ ਜ਼ਿਆਦਾ ਜੀ। ਤੇ ਜਾਨਵਰ ਕਿਹੜੇ ਲੈਣੇ ਚਾਹੀਦੇ ਨੇ ਨਵੇਂ ਬੰਦੇ ਨੂੰ ਕਿਉਂਕਿ ਤੁਸੀਂ ਤਜਰਬਾ ਕੀਤਾ ਹੈ ਆਪਣੇ ਤਜਰਬੇ ਨੂੰ ਜ਼ਰਾ ਸੋਚ ਕੇ ਸਮਝ ਕੇ ਜ਼ਿੰਮੇਵਾਰੀ ਨਾਲ ਦੱਸਣਾ ਦੇ ਜੀ। ਝੋਟੀਆਂ ਪਾ ਲਈਏ ਜਾਂ ਜਿਹੜੇ ਨੇ ਖਾਂਗੜੀਆਂ ਰੱਖ ਲਈਏ ਜਾਂ ਫਿਰ ਲਹਿਰੀਆਂ ਲਾਈਏ। ਭਾਈਜਾਨ ਸਟਾਰਟਿੰਗ ਤੋਂ ਜਿਹੜਾ ਨਾ ਉਹਨੂੰ ਦੁੱਧ ਵਾਲਾ ਮਾਲ ਚਾਹੀਦਾ ਨਾਲ ਪੈਸੇ ਨੇ ਜਿਹੜੇ ਆਣੇ ਚਾਹੀਦੇ ਨੇ ਤੇ ਫਿਰ ਉਹ ਬਚ ਸਕਦਾ। ਅਗਰ ਖਾਂਗੜੀਆਂ ਪਾਏਗਾ ਖਾਂਗੜੀਆਂ 1 ਸਾਲ ਤੱਕ ਸੂਣਗੀਆਂ ਉਨੀ ਦੇਰ ਨੂੰ ਉਹਦਾ ਦਵਾਲੀਆ ਬੋਲ ਜਾਏਗਾ। ਜਿਹੜੇ ਉਹਦੇ ਕੋਲ ਪੈਸੇ ਨੇ ਉਹ ਖਤਮ ਹੋ ਜਾਣਗੇ ਫਿਰ ਕੀ ਕਰੇਗਾ ਉਹ ਕਿਹੜੇ ਪਾਸੇ ਜਾਏਗਾ। ਯਾਨੀ ਕਿ ਖਾਂਗੜੀਆਂ ਨੇ ਤੁਹਾਡੀ ਨਜ਼ਰ ਵਿੱਚ ਠੀਕ ਨਹੀਂ ਨਵੇਂ ਬੰਦੇ ਵਾਸਤੇ ਨਵੇਂ ਬੰਦੇ ਵਾਸਤੇ ਠੀਕ ਨਹੀਂ ਹੈ। ਸਹੀ ਹੋ ਗਿਆ। ਤੇ ਤੁਸੀਂ ਸਮਝਦੇ ਹੋ ਕਿ ਲਹਿਰੀਆਂ ਮੱਝਾਂ ਹੀ ਲਿਆਏ ਲਹਿਰੀਆਂ ਲਿਆਏ 8 ਤੋਂ 10 ਡੰਗਰ ਪਾਏ ਅੱਛਾ। ਉਹਦੇ ਵਿੱਚ 2-4 ਗਾਵਾਂ ਪਾਏ ਚੰਗੀ ਨਸਲ ਦੀਆਂ ਵਲੈਤਨਾ ਜਿਹੜੀਆਂ ਕਿ 20-25 ਕਿਲੋ ਦੁੱਧ ਗੇੜਨ। ਹਾਂ ਠੀਕ ਹੈ ਉਹਦੀ ਉਸ ਜਿਹੜੀ ਹੈ ਫਿਰ ਉਹ ਠੀਕ ਰਹੇਗੀ। ਸਹੀ ਹੋ ਗਿਆ ਜ਼ਬਰਦਸਤ। ਅੱਛਾ ਤੇ ਇਹ ਦੱਸੋ ਕਿ ਜਿਹੜੇ ਤੁਸੀਂ ਡੰਗਰ ਗਿਣਵਾਏ ਨੇ ਇਹ ਕਿੰਨੇ ਕੁ ਪੈਸੇ ਹੋਣ ਤੇ ਆ ਜਾਣਗੇ। ਭਾਈਜਾਨ ਮੈਂ ਸਟਾਰਟਿੰਗ ਤੋਂ ਇੱਕ ਮੱਝ ਲਈ ਸੀ ਉਹ ਸਭ ਤੋਂ ਪਰਲੀ ਆ ਜਾਊਗਾ। ਅੱਛਾ ਸਟਾਰਟਿੰਗ ਤੋਂ ਮੈਨੂੰ ਕੋਈ ਪਤਾ ਨਹੀਂ ਵੀ ਕੀ ਰੇਟ ਹੈ ਕੀ ਨਹੀਂ ਹੈ। ਅੱਛਾ ਇਹ ਮੱਝ ਲਈ ਸੀ ਮੈਂ 1,70,000 ਦੀ ਇਹ ਵਾਲੀ ਜਿਹੜੀ ਇਹ ਵਾਲੀ ਦਰਮਿਆਨ ਵਾਲੀ ਜੀ ਸਰ। ਇਹ 2 ਮੱਝਾਂ ਲਈਆਂ ਸੀ ਮੈਂ 4.5 ਲੱਖ ਦੀਆਂ ਯਾਨੀ ਇੱਕ ਇਹ ਵਾਲੀ ਇਹ ਵਾਲੀ ਤੇ ਇਹ ਵਾਲੀ 4.5 ਲੱਖ ਦੀਆਂ ਯਾਨੀ 2.5 ਲੱਖ ਦੀ ਪੈ ਗਈ ਜੀ। ਇਸ 2.5 ਲੱਖ ਦੀ ਇਹ ਮੱਝ ਲਈ ਸੀ ਇਹ ਜਿਹੜੀ ਦਰਮਿਆਨ ਵਾਲੀ ਜੀ ਦਰਮਿਆਨ ਵਾਲੀ। ਠੀਕ ਹੋ ਗਿਆ। ਇਸ ਤੋਂ ਬਾਅਦ ਇਹ 1.5 ਲੱਖ ਦੀ ਮੱਝ ਲਈ ਹੈ ਇਹ ਖਾਂਗੜੀ ਲਈ ਸੀ। ਅੱਛਾ ਖਾਂਗੜੀ ਲੈ ਕੇ ਆਪੀ ਬਣਾਈ ਜੀ। ਆ ਬਸ ਹੁਣ ਦੁੱਧ ਛੋ ਚੋ ਰਹੇ ਆ। ਠੀਕ ਹੈ। ਉਸ ਤੋਂ ਬਾਅਦ ਜਨਾਬ ਇਹ ਜਿਹੜੀ ਇਹ 2.5 ਲੱਖ ਦੀ ਲਈ ਸੀ ਜਉਂ ਦੀ ਲਈ ਹੈ ਨਾ ਜੀ। ਇਹ ਮੱਝ ਜਿਹੜੀ ਹੈ ਥੋੜੀ ਦੀ ਕਰਾਸ ਹੋ ਗਈ ਬਿਮਾਰ ਹੋ ਗਈ ਹੈ ਅੱਛਾ। ਬੜਾ ਖਰਚ ਕੀਤਾ ਇਹਦੇ ਤੇ ਪਰ ਮੱਝ ਤੁਲਦੇ ਨਹੀਂ ਆਈ ਆਪਣੀ ਜਗ੍ਹਾ ਤੇ ਆਈ ਨਹੀਂ ਹੈ। ਜੇ ਉਹ ਇਹ ਮੱਝ ਹੈ ਨਾ ਜਿਸ ਤਰ੍ਹਾਂ ਜੀ ਇਹ ਸੇਮ ਮੱਝ ਸੀ ਅੱਛਾ ਪਰ ਇਹਨੂੰ ਕੋਈ ਗਰਮੀ ਦਾ ਝਟਕਾ ਲੱਗ ਗਿਆ ਉਹ ਉਸ ਤੋਲ ਤੇ ਨਹੀਂ ਆਈ। ਅੱਛਾ 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 ਤੇ ਬਕਾਇਆ ਨਿਜ਼ਾਮ ਮੈਂ ਸਾਰਾ ਆ ਕੇ ਪਿੱਛੇ ਤੂੜੀ ਦਾ ਗੋਦਾਮ ਬਣਾਇਆ। ਵਿਖਾਇਓ ਜ਼ਰਾ ਇਹ ਤੂੜੀ ਦਾ ਇਹ ਕਿੰਨੇ ਕੁ ਇੱਥੇ ਤੂੜੀ ਆ ਸਕਦੀ ਹੈ। ਤੂੜੀ ਇੱਥੇ ਕਮ ਸੇ ਕਮ 100 ਟਰਾਲੀ ਆ ਸਕਦੀ ਹੈ। 100 ਟਰਾਲੀ 100 ਟਰਾਲੀ ਆ ਸਕਦੀ ਹੈ। ਠੀਕ ਹੋ ਗਿਆ। ਤੇ ਤੁਸੀਂ ਸਾਲ ਦੀ ਤੂੜੀ ਇਕੱਠੀ ਕਰ ਲੈਂਦੇ ਹੋ ਜੀ। ਸਾਲ ਦੀ ਤੂੜੀ ਇਹਨਾਂ ਵਾਸਤੇ ਇਕੱਠੀ ਕਰਨੀ ਹੈ ਤੇ ਫਿਰ ਜਾ ਕੇ ਜਿਹੜਾ ਇਹਨਾਂ ਗੁਜ਼ਾਰਾ ਹੋਣਾ। ਤੇ ਉਦੋਂ ਤੁਸੀਂ ਛਪਰਾ ਜਿਹਾ ਪਾਇਆ ਨੁਕਸਾਨ ਨਹੀਂ ਕਰਦਾ ਪਾਣੀ ਨੁਕਸਾਨ ਕਰਦਾ ਨਹੀਂ ਇਧਰ ਚੋਇਆ ਨਹੀਂ ਇਹ ਤੂਫਾਨ ਆਇਆ ਸੀ ਉਹਦੇ ਨਾਲ ਇਹ ਸਾਈਡ ਤੋਂ ਛਪੜਾ ਉੱਡ ਗਿਆ। ਅੱਛਾ ਠੀਕ ਹੈ। ਯਾਨੀ ਤੁਸੀਂ ਇਹ ਵੀ ਸਮਝਦੇ ਹੋ ਕਿ ਛਪੜਾ ਅਗਰ ਪਾਣਾ ਤੇ ਅੱਛੀ ਨਸਲ ਦਾ ਹੋਏ ਅੱਛੀ ਬਿਲਕੁਲ ਨਹੀਂ ਤੇ ਫਿਰ ਕਵਰਿੰਗ ਜਿਹੜੀ ਹੈ ਪੂਰੀ ਕਰਨੀ ਹੈ। ਤੂਫਾਨ ਆਇਆ ਸੀ ਇਹ ਬਿਲਕੁਲ ਗਾਰਡਰ ਬੀੜੇ ਦੇ ਦੇਖ ਰਹੇ ਹੋ ਜੀ ਜੀ ਕਿ ਇਹਨੇ ਵਾਹ ਨੇ ਚੁੱਕ ਕੇ ਤੇ ਇੱਧਰ ਮਾਰ ਦਿੱਤੇ ਸੀ। ਉਹ ਨਾਲੇ ਇਹਦੀ ਹਾਈਟ ਵੀ ਬੜੀ ਹੈ ਨਾ। ਹਾਈਟ ਬੜੀ ਹੀ ਕਿ ਇਸ ਵਾਸਤੇ ਡੂੰਘਾ ਰੱਖਿਆ ਕਿ ਜਿੰਨੀ ਤੂੜੀ ਜ਼ਿਆਦਾ ਪੈ ਜਾਏਗੀ ਉਹਨਾਂ ਬਿਹਤਰ ਹੈ। ਚਲੋ ਇਹ ਤੁਸੀਂ ਜਿਹੜਾ ਪੱਕਾ ਬਣਾਇਆ ਵੇ ਲੇਕਿਨ ਇੱਧਰ ਫਿਰ ਤੁਸੀਂ ਛਪਰਾ ਪਾਇਆ ਜੀ। ਇਹ ਇਹਨਾਂ ਡੰਗਰਾਂ ਵਾਸਤੇ ਛਾਂ ਵਾਸਤੇ ਬਣਾਇਆ ਤੇ ਇਹ ਤੇ ਨਹੀਂ ਉੱਡਣ ਦਾ ਕੋਈ ਨਹੀਂ ਇਹ ਨਹੀਂ ਇਹ ਬਿਲਕੁਲ ਵੈਲਡ ਕਰਕੇ ਟੀਆਂ ਛੀਆਂ ਬਿਲਕੁਲ। ਇਹ ਜਿਹੜਾ ਸਾਨੂੰ ਨਜ਼ਰ ਆ ਰਿਹਾ ਸਿਸਟਮ ਸਟਰਕਚਰ ਤੁਹਾਡਾ ਮਾਸ਼ਾਅੱਲਾ ਬਰਾਂਡਾ ਵੇ ਇਹਦੀ ਲੰਬਾਈ ਚੌੜਾਈ ਕਿੰਨੀ ਨੇ। ਇਹ ਸਾਰਾ ਕੋਈ 36 ਫੁੱਟ ਲੰਮਾ ਜੋ ਇਹ ਖੁਰਲੀ ਜਿਹੜੀ ਖੁਰਲੀ ਵਿਖਾਇਓ ਜ਼ਰਾ। ਅੱਛਾ ਇਹ 36 ਫੁੱਟ ਲੰਮੀ ਨਾਜ਼ਰੀਨ ਆ ਵੇਖਿਓ 36 ਫੁੱਟ ਲੰਮੀ ਹੈ ਖੁਰਲੀ ਮੇਰੀ ਕਾਫੀ ਲੰਬੀ ਖੁਰਲੀ ਹਾਂਜੀ ਜੀ। ਸਹੀ ਹੈ। ਇਸ ਵਾਸਤੇ ਇਹਨੂੰ ਨਹੀਂ ਛੱਤਿਆ ਅੱਗੇ ਕਿ ਗਰਮੀਆਂ ਦੇ ਵਿੱਚ ਫਿਰ ਜਿਹੜਾ ਇਹਨੂੰ ਓਪਨ ਹਵਾ ਚਾਹੀਦੀ ਹੈ। ਅੱਛਾ ਸਿਆਲ ਦੇ ਵਿੱਚ ਇਹਨੂੰ ਕਲੋਜ਼ ਕਰ ਲਈਦਾ। ਠੀਕ ਹੈ। ਕਲੋਜ਼ ਕਰਕੇ ਤੇ ਇਹਦੇ ਵਿੱਚ ਹੀ ਗੁਜ਼ਾਰਾ ਕਰ ਲਈਦਾ। ਛੋਟੇ ਜਾਹ ਨੇ ਜਿਹੜੇ ਮੈਂ ਪਿੱਛੇ ਉਹ ਬਣਾਏ ਦਾ ਛੱਡ ਜਿਆ ਅੱਛਾ ਛੋਟੇ ਜਾਹ ਮੇਰੇ ਸਾਰੇ ਉੱਥੇ ਨੇ। ਤੇ ਇੰਨਾ ਕੁ ਸਟਰਕਚਰ ਤੁਹਾਡਾ ਬਣਾਉਣ ਤੇ ਕਿੰਨੇ ਪੈਸੇ ਲੱਗ ਗਏ ਸਰ ਕਮ ਸੇ ਕਮ ਵੀ ਕੋਈ 12 ਲੱਖ ਰੁਪਈਆ ਲੱਗ ਗਿਆ। ਜਗ੍ਹਾ ਬਹੁਤ ਡੂੰਘੀ ਸੀ ਮਿੱਟੀ ਪਾ ਕੇ ਉੱਚੀ ਕਰਕੇ ਉਸ ਤੋਂ ਬਾਅਦ ਜਿਹੜਾ ਇਹਨੂੰ ਮਹਿੰਗਾਈ ਦਾ ਦੌਰ ਹੈ ਤੁਹਾਨੂੰ ਪਤਾ ਹੈ ਜੀ ਜੀ ਬਿਲਕੁਲ ਕਿ ਹਰ ਖਰਚਾ। ਤੇ ਹੁਣ ਤੁਸੀਂ ਕੀ ਸਮਝਦੇ ਹੋ ਆਖਰ ਤੇ ਗੱਲ ਮੁੱਕਦੀ ਮੁਕਾਓ ਹੁਣ ਤੁਸੀਂ ਕੀ ਸਮਝਦੇ ਹੋ ਕਿ ਸਾਰਾ ਕੁਝ ਕਰ ਕਰਾ ਕੇ ਆਪਣਾ ਸੈਟਲ ਕਰਕੇ ਸਾਰਾ ਬਿਜ਼ਨਸ ਤੇ ਹੁਣ ਤੁਸੀਂ ਸਮਝਦੇ ਹੋ ਕਿ ਬਿਹਤਰੀਨ ਹੋ ਗਿਆ ਕੰਮ। ਜੀ ਸਰ ਹੁਣ ਬਿਹਤਰੀਨ ਨਿਜ਼ਾਮ ਜਿਹੜਾ ਠੀਕ ਹੈ। ਅਸੀਂ ਤੁਹਾਡੇ ਕੋਲ ਐਸੇ ਵਾਸਤੇ ਆਏ ਹਾਂ ਕਿ ਜਿਹੜੀ ਮਾਰ ਤੁਸੀਂ ਖਾਧੀ ਹੈ ਜਿਹੜਾ ਤੁਹਾਡਾ ਤਜਰਬਾ ਵੇ ਲੋਕ ਆਪਣਾ ਨੁਕਸਾਨ ਨਾ ਕਰਨ ਔਰ ਤੁਹਾਡੀ ਗੁਫ਼ਤਗੂ ਕਿਸੇ ਵਾਸਤੇ ਸਦਕਾ ਜਾਰੀਆ ਬਣ ਜੀ ਬਿਲਕੁਲ। ਬਹੁਤ ਸ਼ੁਕਰੀਆ ਸਰਜੂ ਸ਼ੌਕਤ ਸਾਹਿਬ ਤੁਸੀਂ ਬੜੀ ਮੁਫੀਦ ਗੁਫ਼ਤਗੂ ਕੀਤੀ ਹੈ ਨਫੀ ਤੋਲੀ ਗੁਫ਼ਤਗੂ ਕੀਤੀ ਹੈ। ਉਮੀਦ ਹੈ ਕਿ ਤੁਹਾਡੀਆਂ ਗੱਲਾਂ ਤੋਂ ਸਾਡੇ ਨਾਜ਼ਰੀਨ ਜਿਹੜੇ ਨੇ ਮੁਸਤਫੀਦ ਹੋਣਗੇ। ਜਜ਼ਾਕੱਲਾ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ।